ਹੈਲੋ ਦੋਸਤੋ, ਸਵਾਗਤ ਹੈ ਤੁਹਾਡੇ ਸਭ ਦਾ ਹੀ ਰੇਸ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ 'ਤੇ ਜੀ। ਸੋ ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਜੀ 19 ਅਤੇ 20 ਜਨਵਰੀ ਦੀਆਂ ਜਿੰਨੀਆਂ ਵੀ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਬਣਨਗੀਆਂ। ਬਿਲਕੁਲ ਪੰਜਾਬੀ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ। ਸੋ ਅੱਜ ਦੀ ਗੱਲ ਕਰੀਏ, ਅੱਜ ਤਰੀਕ ਹੈ 20 ਜਨਵਰੀ। ਸੋ ਅੱਜ ਆਪਾਂ 19 ਅਤੇ 20 ਜਨਵਰੀ ਦੇ 2 ਦਿਨਾਂ ਦੀਆਂ ਜਿਹੜੇ ਕਰੰਟ ਅਫੇਅਰ ਨਿਊਜ਼ ਨੇ ਕਵਰ ਕਰਾਂਗੇ। ਸੋ ਜਿਹੜੀਆਂ ਕਿ ਹੁਣ ਤੁਹਾਡੇ ਸਾਰੇ ਹੀ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਆਉਣਗੇ, ਸੋ ਉਹਨਾਂ ਲਈ ਮੋਸਟ ਇੰਪੋਰਟੈਂਟ ਰਹਿਣ ਵਾਲੀ ਹੈ ਜੀ। ਸੋ ਬਿਨਾਂ ਕਿਸੇ ਦੇਰੀ ਤੋਂ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ। ਸਭ ਤੋਂ ਫਸਟ ਕੁਐਸਚਨ ਆਪਣਾ ਕਹਿੰਦੇ ਹੂ ਵਿਲ ਟੈਸਟ ਦੀ ਵਰਲਡਸ ਮੋਸਟ ਪਾਵਰਫੁਲ ਰੌਕਟ। ਕਹਿੰਦੇ ਜੀ ਕਿਸ ਨੇ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਇੱਕ ਰੌਕਟ ਹੈ ਉਹਨੂੰ ਹੁਣ ਟੈਸਟ ਕੀਤਾ ਗਾ। ਤਾਂ ਹੁਣ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰੌਕਟ ਨੂੰ ਹੁਣ ਟੈਸਟ ਕੀਤਾ ਜੀ ਨਾਸਾ ਦੇ ਦੁਆਰਾ। ਨਾਸਾ ਜਾਨੀ ਕਿ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਇਹਦਾ ਪੂਰਾ ਨਾਂ ਜੀ। ਅਮਰੀਕਾ ਜਾਨੀ ਕਿ USA ਦੀ ਸਪੇਸ ਏਜੰਸੀ ਦਾ ਨਾਂ ਗਾ ਨਾਸਾ। ਇਹਦੇ ਦੁਆਰਾ ਹੀ ਹੁਣ ਕਿਹਾ ਗਿਆ ਵੀ ਸੀ ਦੁਨੀਆ ਦੇ ਮੋਸਟ ਪਾਵਰਫੁਲ ਰੌਕਟ ਦਾ ਕੀ ਆ ਹੁਣ ਟੈਸਟ ਕੀਤਾ ਗਾ। ਅੱਛਾ, ਇਸ ਰੌਕਟ ਦਾ ਨਾਂ ਕੀ ਆ? ਇਸ ਰੌਕਟ ਦਾ ਨਾਂ ਗਾ ਹੌਟ ਫਾਇਰ। ਠੀਕ ਹੈ ਨਾ, ਹੌਟ ਫਾਇਰ ਨੂੰ ਟੈਸਟ ਕੀਤਾ ਗਾ ਹੁਣ ਨਾਸਾ ਦੇ ਦੁਆਰਾ। ਤਾਂ ਤੁਸੀਂ ਬਸ ਇਹਦਾ ਰੌਕਟ ਦਾ ਨਾਂ ਯਾਦ ਰੱਖਣਾ। ਔਰ ਕਿਹਦੇ ਦੁਆਰਾ ਟੈਸਟ ਕੀਤਾ ਗਿਆ? ਨਾਸਾ ਦੁਆਰਾ। ਅਤੇ ਨਾਸਾ ਨੇ ਕਿਹਾ ਗਿਆ ਵੀ ਜਿਹੜਾ ਇਹ ਰੌਕਟ ਹੈ ਜਾਣੀ ਕਿ ਹੌਟ ਫਾਇਰ ਨੈਕਸਟ ਜਨਰੇਸ਼ਨ ਦੀ ਆਪਣੀਆਂ ਜਿੰਨੀਆਂ ਵੀ ਚੰਦਰਮਾ 'ਤੇ ਜਾਣ ਵਾਲੇ ਜਿਹੜੇ ਮਿਸ਼ਨ ਹੋਣਗੇ ਉਹਨਾਂ ਵਿੱਚ ਕੀ ਹੈ ਸਹਾਇਕ ਸਿੱਧ ਹੋਵੇਗਾ ਇਹ ਹੌਟ ਫਾਇਰ। ਤਾਂ ਬਸ ਇਹਦਾ ਨਾਂ ਯਾਦ ਰੱਖਣਾ ਇਹੀ ਇੰਪੋਰਟੈਂਟ ਹੈ। ਠੀਕ ਹੈ ਨਾ। ਬਾਕੀ ਅੱਛਾ, ਇਹ ਅਮਰੀਕਾ ਦੀ ਸਪੇਸ ਏਜੰਸੀ ਹੈ ਨਾਸਾ। ਆਪਣੇ ਭਾਰਤ ਦੀ ਸਪੇਸ ਏਜੰਸੀ ਦਾ ਨਾਂ ਗਾ ਇਸਰੋ। ਠੀਕ ਹੈ ਨਾ, ਇਹਦੇ ਬਾਰੇ ਵੀ ਯਾਦ ਰੱਖਣਾ। ਅੱਛਾ, CNSA ਦੀ ਗੱਲ ਕਰਾਂ, ਆਪਸ਼ਨ ਨੰਬਰ B ਦੇ ਵਿੱਚ ਪਿਆ। ਇਹ ਯਾਦ ਰੱਖਣਾ ਚੀਨ ਦੀ ਸਪੇਸ ਏਜੰਸੀ ਦਾ ਨਾਂ ਗਾ। ਇਹਦਾ ਪੂਰਾ ਨਾਂ ਹੁੰਦਾ ਗਾ ਚਾਈਨਾ ਨੈਸ਼ਨਲ ਸਪੇਸ ਐਡਮਿਨਿਸਟ੍ਰੇਸ਼ਨ। ਠੀਕ ਹੈ ਨਾ। ਔਰ ਰੋਸਕੋਸਮੋਸ ਆਪਸ਼ਨ ਨੰਬਰ D, ਰੋਸਕੋਸਮੋਸ ਦੀ ਗੱਲ ਕਰੀਏ ਤਾਂ ਰਸ਼ੀਆ ਦੀ ਸਪੇਸ ਏਜੰਸੀ ਦਾ ਨਾਂ ਗਾ। ਠੀਕ ਹੈ ਨਾ। ਅਤੇ ਨਾਲ ਨਾਲ ਤੁਸੀਂ ਇਹਨਾਂ ਬਾਰੇ ਵੀ ਧਿਆਨ ਵਿੱਚ ਰੱਖੀ ਹੋਏ ਵੀ ਤੁਹਾਨੂੰ ਪਤਾ ਹੋਣੇ ਲਾਜ਼ਮੀ ਨੇਗੇ। ਦੇਖੋ, ਗੱਲ ਜਦੋਂ ਨਾਸਾ ਦੀ ਆਉਂਦੀ ਹੈ ਤਾਂ ਨਾਸਾ ਬਾਰੇ ਡਿਸਕਸ਼ਨ ਕਰ ਲੈਂਦੇ ਹਾਂ। ਪੂਰਾ ਨਾਂ ਤੁਹਾਨੂੰ ਮੈਂ ਹੁਣੇ ਦੱਸਿਆ, ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ। ਸਥਾਪਨਾ ਇਹਦੀ ਹੋਈ ਸੀ ਜੀ ਸੰਨ 1958 ਦੇ ਵਿੱਚ। ਵੈਸੇ 1958 ਆਪਣੇ ਭਾਰਤ ਵਿੱਚ DRDO ਦੀ ਵੀ ਸਥਾਪਨਾ ਹੋਈ ਸੀਗੀ, ਇਹ ਵੀ ਯਾਦ ਰੱਖਣਾ। ਬਾਕੀ ਨਾਸਾ ਦੀ ਗੱਲ ਕਰੀਏ ਤਾਂ ਇਹਦਾ ਮੁੱਖ ਦਫ਼ਤਰ ਵਾਸ਼ਿੰਗਟਨ DC ਦੇ ਵਿੱਚ ਮੌਜੂਦ ਹੈ ਜੀ। ਔਰ ਨਾਸਾ ਦੇ ਚੇਅਰਮੈਨ ਕੌਣ ਨੇ? ਯਾਦ ਰੱਖਣਾ ਜਿਮ ਬ੍ਰਿਡਿਸ਼ਟੀਨ। ਠੀਕ ਹੈ ਨਾ, ਜਿਮ ਬ੍ਰਿਡਿਸ਼ਟੀਨ ਇਹਦੇ ਐਟ ਪ੍ਰੈਜ਼ੈਂਟ ਚੇਅਰਮੈਨ ਹੈਗੇ ਨੇਗੇ। ਦੇਖੋ, ਨਾਸਾ ਦੀ ਜਦ ਵੀ ਗੱਲ ਕਰਦੇ ਹਾਂ ਤਾਂ ਆਪਾਂ ਨੇ ਰੀਸੈਂਟ ਵਿੱਚ ਹੀ ਪੜ੍ਹਿਆ ਸੀਗਾ ਨਾਸਾ ਦਾ ਇੱਕ ਮਿਸ਼ਨ ਸੀਗਾ ਸਪੇਸ ਐਕਸ ਕ੍ਰਿਊ 3 ਨਾਂ ਦਾ। ਸਪੇਸ ਐਕਸ ਕ੍ਰਿਊ 3 ਨਾਂ ਦਾ ਜਿਹੜਾ ਮਿਸ਼ਨ ਸੀਗਾ, ਇਸ ਦੇ ਕਮਾਂਡਰ ਨਾਸਾ ਦੇ ਵੱਲੋਂ C ਰਾਜਾਚਾਰੀ ਨੂੰ ਚੁਣਿਆ ਗਿਆ ਸੀ। C ਰਾਜਾਚਾਰੀ ਦਾ ਨਾਮ ਤਾਂ ਇੰਪੋਰਟੈਂਟ ਹੈ ਕਿਉਂਕਿ ਆਪਣੇ ਭਾਰਤੀ ਮੂਲ ਦੇ ਇਹ ਅਮਰੀਕੀ ਵਿਗਿਆਨੀ ਨੇਗੇ। ਠੀਕ ਹੈ ਨਾ, ਤਾਂ ਇਹਨਾਂ ਬਾਰੇ ਯਾਦ ਰੱਖਣਾ। ਬਾਕੀ ਨਾਸਾ ਨੇ ਹੀ ਰੀਸੈਂਟ ਵਿੱਚ ਇੱਕ Sentinel-6 ਨਾਂ ਦੀ ਸੈਟੇਲਾਈਟ ਨੂੰ ਵੀ ਲਾਂਚ ਕੀਤਾ ਸੀਗਾ। ਕਾਹਦੇ ਵਾਸਤੇ ਸੀ ਇਹ ਸੈਟੇਲਾਈਟ? ਜਿੰਨਾ ਵੀ ਆਪਣੇ ਮਤਲਬ ਦੁਨੀਆ ਦੇ ਵਿੱਚ ਜਾਣੀ ਕਿ ਇੱਕ ਗਲੋਬਲ ਸੀ ਲੈਵਲ ਦੀ ਨਿਗਰਾਨੀ ਵਾਸਤੇ ਇਹ ਇੱਕ ਸੈਟੇਲਾਈਟ ਲਾਂਚ ਕੀਤੀ ਸੀ ਜਿਹਨਾਂ ਸੀ Sentinel-6 ਨਾਂ ਦੀ। ਠੀਕ ਹੈ, ਨਾਸਾ ਦੀ ਇਹ ਸੈਟੇਲਾਈਟ ਸੀ। ਔਰ ਨਾਸਾ ਨੇ ਹੀ ਹਾਲ ਹੀ ਦੇ ਵਿੱਚ ਦਸੰਬਰ ਮੰਥ ਦੇ ਵਿੱਚ ਹੀ ਨੋਕੀਆ ਕੰਪਨੀ ਨਾਲ ਕਿ ਇੱਕ ਸਮਝੌਤਾ ਕੀਤਾ ਸੀ। ਕਾਹਦੇ ਵਾਸਤੇ? ਕਿਉਂਕਿ ਜਿਹੜਾ ਨਾਸਾ ਗਾ ਚੰਨ ਦੇ ਉੱਤੇ ਹੁਣ 4G ਨੈਟਵਰਕ ਲਗਾਉਣ ਜਾ ਰਿਹਾ ਗਾ। ਠੀਕ ਹੈ ਨਾ, ਤਾਂ ਕਰਕੇ ਨੋਕੀਆ ਕੰਪਨੀ ਨਾਲ ਇਸਨੇ ਸਮਝੌਤਾ ਵੀ ਕੀਤਾ ਸੀ। ਤਾਂ ਇਹ ਸਾਰੇ ਫੈਕਟ ਜੀ ਨਾਸਾ ਦੇ ਨਾਲ ਰਿਲੇਟਡ ਯਾਦ ਰੱਖਣੇ, ਸਾਰੇ ਹੀ ਇੰਪੋਰਟੈਂਟ ਹੈਗੇ ਨੇਗੇ। ਠੀਕ ਹੈ ਨਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਬੈਂਕ ਲਾਂਚਡ ਦੀ ਡੈਬਿਟ ਰੀਸੋਲਿਊਸ਼ਨ ਸਕੀਮ। ਦੇਖੋ ਜੀ, ਕਹਿੰਦੇ ਕਿਹੜੇ ਬੈਂਕ ਨੇ ਕਰਜ਼ੇ ਦੇ ਨਿਪਟਾਰੇ ਦੀ ਇੱਕ ਯੋਜਨਾ ਨੂੰ ਸ਼ੁਰੂ ਕੀਤਾ ਗਾ। ਅਗਰ ਆਪਾਂ ਗੱਲ ਕਰੀਏ ਤਾਂ ਡੈਬਿਟ ਰੀਸੋਲਿਊਸ਼ਨ ਨਾਂ ਦੀ ਜਿਹੜੀ ਸਕੀਮ ਹੈਗੀ ਇਹ ਹੁਣ ਸ਼ੁਰੂ ਕੀਤੀ ਹੈ ਜੀ ਸਟੇਟ ਬੈਂਕ ਆਫ ਇੰਡੀਆ ਨੇ। SBI ਦੇ ਦੁਆਰਾ ਇਸ ਸਕੀਮ ਨੂੰ ਸ਼ੁਰੂ ਕੀਤਾ ਗਿਆ ਗਾ। ਦੇਖੋ, ਅਗਰ ਆਪਾਂ ਇਹ ਯੋਜਨਾ ਦੇ ਵਿੱਚ ਗੱਲ ਕਰੀਏ ਤਾਂ ਕੀ ਹੋਵੇਗਾ ਨਾ, ਜਿੰਨੇ ਵੀ ਹੁਣ SBI ਦੇ ਕਸਟਮਰ ਹੈ ਜਿਨ੍ਹਾਂ ਨੇ SBI ਤੋਂ ਲੋਨ ਲੈਤਾ ਹੋਇਆ ਗਾ, ਔਰ ਇਹਦੇ ਸਕੀਮ ਦੇ ਤਹਿਤ 31 ਜਨਵਰੀ 2021 ਤੋਂ ਪਹਿਲਾਂ ਜਿਹੜੇ ਵੀ ਵਿਅਕਤੀ ਆਪਣਾ ਲੋਨ ਜਮ੍ਹਾਂ ਕਰਾ ਦੇਣਗੇ ਤਾਂ ਉਹਨਾਂ ਨੂੰ ਲੋਨ ਦੇ ਵਿੱਚ ਲਗਭਗ 90% ਦੀ ਛੂਟ ਦਿੱਤੀ ਜਾਏਗੀ। ਯਾਨੀ ਕਿ ਕੇਵਲ 10% ਹਿੱਸਾ ਹੀ ਲੋਨ ਦਾ ਜਿਹੜਾ ਅਦਾ ਕਰਨਾ ਪਏਗਾ ਜਿੰਨੇ ਵੀ ਲੋਕਾਂ ਨੇ ਲੋਨ ਲਿੱਤਾ ਹੋਇਆ SBI ਨੂੰ। ਇਸ ਸਕੀਮ ਦੇ ਤਹਿਤ ਅਗਰ ਉਹ 31 ਜਨਵਰੀ ਤੋਂ ਪਹਿਲਾਂ ਆਪਣਾ ਜਿਹੜਾ ਲੋਨ ਹੈ ਸਬਮਿਟ ਕਰਾਉਂਦੇ ਨੇਗੇ। ਬਾਕੀ ਅਗਰ ਆਪਾਂ ਗੱਲ ਕਰੀਏ ਸਕੀਮ ਦੇ ਵਿੱਚ ਕੇਵਲ ਹੋਮ ਲੋਨ ਨੂੰ ਛੱਡ ਕੇ ਹੀ ਬਾਕੀ ਸਾਰੇ ਲੋਨਾਂ ਵਾਸਤੇ ਕੀ ਹੈ ਇਹ ਸਕੀਮ ਜਿਹੜੀ ਐਪਲੀਕੇਬਲ ਹੋਵੇਗੀ। ਠੀਕ ਹੈ ਨਾ। ਤਾਂ ਯਾਦ ਰੱਖਣਾ ਜਿਹੜੀ ਯੋਜਨਾ ਕੀ ਹੁਣ ਸ਼ੁਰੂ ਕੀਤੀ ਹੈ ਜੀ SBI ਦੇ ਦੁਆਰਾ। ਠੀਕ ਹੈ ਨਾ, ਬਸ ਸਿੱਧਾ ਇਹਦਾ ਨਾਮ ਯਾਦ ਰੱਖਣਾ। ਬਾਕੀ ਗੱਲ SBI ਦੀ ਕਰੀਏ, ਪੂਰਾ ਨਾਮ ਹੁੰਦਾ ਸਟੇਟ ਬੈਂਕ ਆਫ ਇੰਡੀਆ। ਮੁੱਖ ਦਫ਼ਤਰ ਮੌਜੂਦ ਹੈ ਜੀ ਮੁੰਬਈ ਸ਼ਹਿਰ ਵਿੱਚ। ਔਰ ਇਹਦੇ ਚੇਅਰਮੈਨ ਹੈਗੇ ਨੇ ਦਿਨੇਸ਼ ਕੁਮਾਰ ਖਾਰਾ ਸਾਹਿਬ। ਠੀਕ ਹੈ, ਦਿਨੇਸ਼ ਕੁਮਾਰ ਖਾਰਾ ਇਹਦੇ ਚੇਅਰਮੈਨ ਨੇਗੇ। ਔਰ SBI ਦੀ ਗੱਲ ਕਰੀਏ, ਦੇਖੋ SBI ਨੇ ਨਾ ਹੁਣ Paytm ਦੇ ਨਾਲ ਸਮਝੌਤਾ ਕੀਤਾ ਸੀਗਾ। ਔਰ Paytm ਨਾਲ ਸਮਝੌਤਾ ਕਰਕੇ ਕੀ ਕੀਤਾ ਸੀ ਇਹਨਾਂ ਨੇ, ਇੱਕ ਕੰਟੈਕਟਲੈਸ ਕ੍ਰੈਡਿਟ ਕਾਰਡ ਨੂੰ ਲਾਂਚ ਕੀਤਾ ਸੀਗਾ। ਠੀਕ ਹੈ। ਔਰ ਇਸੇ ਤਰੀਕੇ ਨਾਲ SBI ਨੇ ਰੀਸੈਂਟ ਵਿੱਚ ਇੱਕ ਟਾਈਟਨ ਨਾਂ ਦੀ ਕੰਪਨੀ ਸੁਣਿਆ ਹੋਣਾ, ਜਿਹੜੀ ਆਪਣੀ ਇੱਕ ਵਾਚਿਸ ਦੀ ਘੜੀਆਂ ਦੀ ਫੇਮਸ ਕੰਪਨੀ ਹੈ ਟਾਈਟਨ। ਉਹਦੇ ਨਾਲ ਮਿਲ ਕੇ ਵੀ ਇੱਕ ਸਮਝੌਤਾ ਕੀਤਾ ਸੀ ਔਰ ਉਹਦੇ ਨਾਲ ਮਿਲ ਕੇ ਇਸ ਨੇ ਟਾਈਟਨ ਪੇ ਨਾਂ ਦੀ ਇੱਕ ਘੜੀ ਨੂੰ ਲਾਂਚ ਕੀਤਾ ਸੀਗਾ
ਔਰ ਇਸ ਘੜੀ ਦੇ ਵਿੱਚ ਕੀ ਖਾਸ ਗੱਲ ਸੀ, ਆਪਣੇ ਭਾਰਤ ਦੀ ਪਹਿਲੀ ਕੰਟੈਕਟਲੈਸ ਘੜੀ ਸੀਗੀ ਇਹ ਟਾਈਟਨ ਪੇ, ਠੀਕ ਹੈ ਨਾ। ਤਾਂ ਇਹਦੇ ਬਾਰੇ ਇੰਪੋਰਟੈਂਟ ਬਣਦਾ। ਔਰ ਇਸੇ ਤਰੀਕੇ ਨਾਲ SBI ਨੇ BSNL ਦੇ ਨਾਲ ਵੀ ਸਮਝੌਤਾ ਕੀਤਾ ਸੀ। BSNL ਦੇ ਨਾਲ ਸਮਝੌਤੇ ਦੇ ਵਿੱਚ ਇਹਨੇ ਇੱਕ ਵੈਲਟ ਲਾਂਚ ਕੀਤਾ ਸੀਗਾ, ਔਰ ਜਿਹਦਾ ਨਾਂ ਸੀ ਭਾਰਤ ਇੰਸਟਾ ਪੇ ਨਾਂ ਦਾ ਵੈਲਟ, ਠੀਕ ਹੈ ਨਾ। ਇੱਕ ਡਿਜੀਟਲ ਵੈਲਟ ਇਹ ਹੈਗਾ ਗਾ, ਤਾਂ ਇਹ ਵੀ ਤੁਹਾਨੂੰ ਯਾਦ ਰੱਖਣਾ। ਅੱਛਾ, ਬਾਕੀ ਉਧਰ ਆਪਸ਼ਨ ਬਾਰੇ ਵੀ ਗੱਲ ਕਰੀਏ। ਯੈਸ ਬੈਂਕ ਦੇ ਨਾਲ ਰਿਲੇਟਡ ਯਾਦ ਰੱਖਣਾ ਜੀ। ਯੈਸ ਬੈਂਕ ਦੇ ਦੁਆਰਾ ਹੁਣ ਰੀਸੈਂਟ ਵਿੱਚ ਇੱਕ ਨਾ ਵੈਲਨੈਸ ਥੀਮਡ ਕ੍ਰੈਡਿਟ ਕਾਰਡ ਨੂੰ ਲਾਂਚ ਕੀਤਾ ਸੀ। ਵੈਲਨੈਸ ਥੀਮਡ ਕ੍ਰੈਡਿਟ ਕਾਰਡ ਇਹਦਾ ਪੂਰਾ ਨਾਂ ਗਾ। ਔਰ ਬੈਂਕ ਆਫ ਬੜੌਦਾ ਬਾਰੇ ਯਾਦ ਰੱਖ ਸਕਦੇ ਹੋ। ਬੈਂਕ ਆਫ ਬੜੌਦਾ ਨੇ ਔਰਤਾਂ ਵਾਸਤੇ ਨਾ ਇੱਕ ਨਾ ਆਤਮ ਨਿਰਭਰ ਮਹਿਲਾ ਯੋਜਨਾ ਨੂੰ ਸ਼ੁਰੂ ਕੀਤਾ ਸੀ ਹੁਣ। ਔਰ ਇਸੇ ਤਰੀਕੇ ਨਾਲ ਆਪਸ਼ਨ ਨੰਬਰ D HDFC ਬੈਂਕ, ਇਹਦੇ ਬਾਰੇ ਸਭ ਤੋਂ ਪਹਿਲਾਂ ਤਾਂ ਇੰਪੋਰਟੈਂਟ ਫੈਕਟ ਇਹੀ ਆ, ਇਹਦੇ MD ਦੇ CEO ਬਣੇ ਨੇ ਨਵੇਂ, ਅਤੇ ਉਹਨਾਂ ਦਾ ਸ਼ਸ਼ੀਧਰ ਜਗਦੀਸ਼ਨ ਸਾਹਿਬ, ਠੀਕ ਹੈ ਨਾ। ਅਤੇ ਇਹਨਾਂ ਨਾਮ ਇੰਪੋਰਟੈਂਟ ਬਣੇਗਾ। ਬਾਕੀ HDFC ਬੈਂਕ ਆਪਣੇ ਭਾਰਤ ਦਾ ਪਹਿਲਾ ਬੈਂਕ ਬਣ ਚੁੱਕਿਆ ਜਿਹਨੇ ਕਿ 8 ਲੱਖ ਕਰੋੜ ਦੀ ਮਾਰਕੀਟ ਕੈਪੀਟਲ ਨੂੰ ਪਾਰ ਕੀਤਾ ਗਾ, ਠੀਕ ਹੈ ਨਾ। ਤਾਂ ਵੀ ਫੈਕਟ ਇਹਦੇ ਬਾਰੇ ਯਾਦ ਰੱਖਣਾ, ਤਾਂ ਵੀ ਇਹਦਾ ਨਾਮ ਇੰਪੋਰਟੈਂਟ ਬਣੇਗਾ HDFC ਬੈਂਕ ਦਾ, ਠੀਕ ਹੈ ਜੀ। ਤਾਂ ਇਹ ਸਾਰੇ ਫੈਕਟ ਬੈਂਕਸ ਨਾਲ ਰਿਲੇਟਡ ਯਾਦ ਰੱਖਣੇ, ਸਾਰੇ ਇੰਪੋਰਟੈਂਟ ਨੇਗੇ। ਸੋ ਗੱਲ ਕਰਦੇ ਨੈਕਸਟ ਕੁਐਸਚਨ ਬਾਰੇ ਜੀ। ਦੀ ਫਸਟ ਸਟੇਟ ਵਰਲਡ ਫੈਸਟੀਵਲ ਕਲਰਵ ਸਟਾਰਟਡ ਇਨ ਵਿਚ ਸਟੇਟ। ਦੇਖੋ ਜੀ, ਕਹਿੰਦੇ ਪੰਛੀਆਂ ਦਾ ਤਿਉਹਾਰ ਕਲਰਵ ਪਹਿਲੀ ਵਾਰ ਕਿਸ ਰਾਜ ਦੇ ਵਿੱਚ ਹੁਣ ਸ਼ੁਰੂ ਹੋਇਆ ਗਾ। ਦੇਖੋ ਜੀ, ਕਲਰਵ ਜਿਹੜਾ ਫੈਸਟੀਵਲ ਹੈ ਪਹਿਲੀ ਵਾਰ ਹੁਣ ਸ਼ੁਰੂ ਕੀਤਾ ਜੀ ਬਿਹਾਰ ਸਟੇਟ ਦੇ ਵੱਲੋਂ। ਕਲਰਵ ਦੇ ਵਿੱਚ ਦੇਖੋ ਕੀ ਹੋਏਗਾ ਨਾ, ਜਿੰਨੇ ਵੀ ਮਤਲਬ ਬਿਹਾਰ ਦੇ ਪੰਛੀ ਨੇਗੇ ਉਹਨਾਂ ਨੂੰ ਬਚਾਉਣ ਪ੍ਰਤੀ ਇੱਕ ਫੈਸਟੀਵਲ ਹੈਗਾ ਗਾ, ਤਾਂ ਕਿ ਲੋਕਾਂ ਦਾ ਜਿਹੜਾ ਪੰਛੀਆਂ ਨਾਲ ਕੀ ਆ ਹੋਰ ਥੋੜ੍ਹਾ ਪਿਆਰ ਵਧੇ, ਔਰ ਪੰਛੀਆਂ ਦੀ ਕੀ ਲੋਕ ਹੁਣ ਕਦਰ ਕਰਨ, ਠੀਕ ਹੈ ਨਾ। ਤਾਂ ਕਰਕੇ ਕਲਰਵ ਨਾਂ ਦਾ ਇੱਕ ਤਿਉਹਾਰ ਹੈਗਾ, ਹੁਣ ਇਹਨੂੰ ਸ਼ੁਰੂ ਕੀਤਾ ਜਾ ਰਿਹਾ ਹੈਗਾ ਬਿਹਾਰ ਦੇ ਵਿੱਚ। ਤਾਂ ਯਾਦ ਰੱਖਣਾ ਇਸ ਫੈਸਟੀਵਲ ਨੂੰ। ਅਗਰ ਆਪਾਂ ਗੱਲ ਕਰੀਏ, ਬਿਹਾਰ ਦਾ ਇੱਕ ਜ਼ਿਲ੍ਹਾ ਗਾ ਜਾਮੂਈ ਜ਼ਿਲ੍ਹਾ। ਜਾਮੂਈ ਜ਼ਿਲ੍ਹੇ ਦੇ ਵਿੱਚ ਨਾ ਇੱਕ ਨਾਗੀ ਨਾਂ ਦੀ ਵਰਲਡ ਸੈਂਚਰੀ ਆ। ਨਾਗੀ ਵਰਲਡ ਸੈਂਚਰੀ ਦੇ ਵਿੱਚ ਇਸ ਕਲਰਵ ਫੈਸਟੀਵਲ ਨਾਲ ਕੀ ਹੁਣ ਇੱਕ ਮਨਾਇਆ ਗਿਆ ਸੀਗਾ, ਔਰ ਤਾਂ ਕਿ ਜਿਹੜੇ ਪੰਛੀ ਨੇਗੇ ਉਹਨਾਂ ਪ੍ਰਤੀ ਲੋਕਾਂ ਨਾਲ ਕੀ ਆ ਥੋੜ੍ਹਾ ਪਿਆਰ ਪ੍ਰੇਮ ਜਿਹੜਾ ਵੱਧ ਸਕੇ, ਠੀਕ ਹੈ ਨਾ। ਤਾਂ ਯਾਦ ਰੱਖਣਾ ਫੈਸਟੀਵਲ ਬਿਹਾਰ ਸਟੇਟ ਨਾਲ ਰਿਲੇਟਡ ਹੈਗਾ। ਦੇਖੋ ਗੱਲ ਬਿਹਾਰ ਦੀ ਕਰੀਏ ਤਾਂ ਬਿਹਾਰ ਬਾਰੇ ਯਾਦ ਰੱਖਣਾ ਕੈਪੀਟਲ ਪਟਨਾ ਇੱਥੋਂ ਦੀ ਕੈਪੀਟਲ ਹੈ। ਔਰ ਬਿਹਾਰ ਦੀ ਗੱਲ ਕਰੀਏ CM ਹੈਗੇ ਨੇ ਨਿਤੀਸ਼ ਕੁਮਾਰ, 7ਵੀਂ ਵਾਰ ਹੁਣ ਇੱਥੋਂ ਦੇ ਕੀ CM ਬਣੇ ਨੇ ਨਿਤੀਸ਼ ਕੁਮਾਰ। ਗਵਰਨਰ ਦੀ ਗੱਲ ਕਰਾਂ ਤਾਂ ਫੱਗੂ ਚੌਹਾਨ ਸਾਹਿਬ ਗਵਰਨਰ ਨੇਗੇ। ਦੇਖੋ ਵੈਸੇ ਬਿਹਾਰ ਨਾਲ ਰਿਲੇਟਡ ਯਾਦ ਰੱਖਣਾ 2 ਡਿਪਟੀ CM ਵੀ ਬਣੇ ਨੇ। ਪਹਿਲੇ ਤਾਂ ਹੈਗੇ ਨੇ ਤਾਰ ਕਿਸ਼ੋਰ ਪ੍ਰਸਾਦ, ਔਰ ਦੂਜੀ ਹੈਗੀ ਰੇਨੂ ਦੇਵੀ, ਠੀਕ ਹੈ ਨਾ। ਯਾਦ ਰੱਖਣਾ ਰੇਨੂ ਦੇਵੀ ਦਾ ਨਾਮ ਇੰਪੋਰਟੈਂਟ ਹੈਗਾ। ਔਰ ਬਿਹਾਰ ਦੇ ਚੀਫ ਜਸਟਿਸ ਸੰਜੇ ਕਰੋਲ ਹੈਗੇ ਨੇਗੇ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਵੀ ਯਾਦ ਰੱਖਣਾ। ਦੇਖੋ ਜਦ ਵੀ ਗੱਲ ਬਿਹਾਰ ਦੀ ਕਰਦੇ ਹਾਂ ਤਾਂ ਬਿਹਾਰ ਬਾਰੇ ਸਭ ਤੋਂ ਪਹਿਲਾਂ ਫੈਕਟ ਯਾਦ ਰੱਖਣਾ, ਬਿਹਾਰ ਦੀ ਰਾਜਧਾਨੀ ਜਿਹੜੀ ਪਟਨਾ ਦੇ ਜਿਹੜਾ ਮੌਸਮ ਵਿਗਿਆਨ ਕੇਂਦਰ ਉਸ ਨੂੰ ਹੁਣ ਸ਼ਤਾਬਦੀ ਮੌਸਮ ਵੇਧਸ਼ਾਲਾ ਦਾ ਦਰਜਾ ਦਿੱਤਾ ਗਿਆ ਸਰਕਾਰ ਵੱਲੋਂ, ਠੀਕ ਹੈ ਨਾ। ਯਾਦ ਰੱਖਣਾ। ਔਰ ਬਿਹਾਰ ਨਾਲ ਯਾਦ ਰੱਖਣਾ ਨਾਰਥ ਈਸਟ ਦਾ ਪਹਿਲਾ ਗਲਾਸ ਬ੍ਰਿਜ ਆ ਬਿਹਾਰ ਦੇ ਵਿੱਚ ਹੀ ਖੋਲ੍ਹਿਆ ਗਿਆ ਹੈਗਾ, ਬਣਾਇਆ ਗਿਆ ਔਰ ਕਿੱਥੇ ਬਣਾਇਆ ਗਿਆ ਹੈਗਾ, ਬਿਹਾਰ ਦਾ ਨਾਲੰਦਾ ਜ਼ਿਲ੍ਹਾ ਨਾ ਉੱਥੋਂ ਇੱਕ ਸ਼ਹਿਰ ਹੈ ਰਾਜਗੀਰ ਸ਼ਹਿਰ, ਤਾਂ ਉੱਥੇ ਨਾਰਥ ਈਸਟ ਦਾ ਪਹਿਲਾ ਗਲਾਸ ਬ੍ਰਿਜ ਬਣਾਇਆ ਗਿਆ ਹੈਗਾ, ਠੀਕ ਹੈ ਨਾ। ਤਾਂ ਉਹ ਯਾਦ ਰੱਖਣਾ। ਬਾਕੀ ਨਰਿੰਦਰ ਮੋਦੀ ਦੇ ਦੁਆਰਾ ਕੋਸੀ ਮੈਗਾ ਰੇਲ ਪੁਲ ਦਾ ਵੀ ਉਦਘਾਟਨ ਕੀਤਾ ਗਿਆ ਸੀ ਬਿਹਾਰ ਦੇ ਵਿੱਚ। ਔਰ ਇਸ ਅਗਰ ਆਪਾਂ ਕੋਸੀ ਮੈਗਾ ਰੇਲ ਪੁਲ ਦੀ ਗੱਲ ਕਰੀਏ, ਲੰਬਾਈ ਇਹਦੀ ਹੈਗੀ 1.9 ਕਿਲੋਮੀਟਰ, ਔਰ ਇਹ ਕਿੱਥੇ ਬਣਾ ਹੈ, ਕੋਸੀ ਨਦੀ 'ਤੇ ਬਣਾ ਹੈ, ਠੀਕ ਹੈ ਨਾ। ਯਾਦ ਰੱਖਣਾ ਕੋਸੀ ਨਦੀ 'ਤੇ। ਵੈਸੇ ਕੋਸੀ ਰਿਵਰ ਨੂੰ ਬਿਹਾਰ ਦਾ ਅਸ਼ੋਕ ਵੀ ਕਿਹਾ ਜਾਂਦਾ ਗਾ, ਤਾਂ ਨਾਲ ਇਹ ਵੀ ਯਾਦ ਰੱਖਣਾ। ਔਰ ਕਈ ਵਾਰ ਤੁਹਾਨੂੰ ਕੁਐਸਚਨ ਆ ਸਕਦਾ ਗਾ ਡੋਲਫਿਨ ਵਾਈਲਡ ਲਾਈਫ ਸੈਂਚੁਰੀ ਬਣੀ ਹੋਈ ਆਪਣੇ ਭਾਰਤ ਵਿੱਚ ਇੱਕੋ ਇੱਕ, ਉਹ ਕਿੱਥੇ ਹੈਗੀ, ਬਿਹਾਰ ਸਟੇਟ ਵਿੱਚ ਹੀ ਹੈ ਜੀ। ਔਰ ਇਸ ਡੋਲਫਿਨ ਵਾਈਲਡ ਲਾਈਫ ਸੈਂਚੁਰੀ ਦਾ ਨਾਮ ਹੈਗਾ ਗਾ ਵਿਕਰਮਸ਼ਿਲਾ ਗੰਗਟੇਕ ਵਾਈਲਡ ਲਾਈਫ ਸੈਂਚੁਰੀ। ਭਾਰਤ ਵਿੱਚ ਇੱਕੋ ਇੱਕ ਹੈ ਇਹ, ਔਰ ਕਿੱਥੇ ਉਹ ਵੀ ਬਿਹਾਰ ਦੇ ਵਿੱਚ ਹੈ, ਠੀਕ ਹੈ ਨਾ। ਔਰ ਇਹ ਸਾਰੇ ਫੈਕਟ ਤੁਸੀਂ ਬਿਹਾਰ ਨਾਲ ਰਿਲੇਟਡ ਯਾਦ ਰੱਖਣੇ। ਅੱਛਾ, ਇੱਕ ਨਾ ਆਪਣੇ ਡਿਜੀਟਲ ਇੰਡੀਆ ਅਵਾਰਡ ਦਿੱਤਾ ਗਿਆ ਸੀ 2020 ਦਾ, ਉਹ ਵੀ ਬਿਹਾਰ ਸਟੇਟ ਨੂੰ ਦਿੱਤਾ ਗਿਆ ਸੀ ਹੁਣ ਰੀਸੈਂਟ ਵਿੱਚ 2020 ਦਾ। ਤਾਂ ਤੁਸੀਂ ਇਹ ਵੀ ਫੈਕਟ ਨਾਲ ਯਾਦ ਰੱਖਣਾ ਬਿਹਾਰ ਦੇ, ਠੀਕ ਹੈ ਨਾ। ਅੱਛਾ, ਗੱਲ ਬਿਹਾਰ ਦੀ ਦਾ ਕਰ ਰਹੇ ਹਾਂ, ਯਾਦ ਰੱਖਣਾ ਹਰ ਸਾਲ 22 ਮਾਰਚ ਨੂੰ ਬਿਹਾਰ ਦਿਵਸ ਵਜੋਂ ਮਨਾਇਆ ਜਾਂਦਾ, ਠੀਕ ਹੈ ਨਾ। 22 ਮਾਰਚ ਨੂੰ, ਵੈਸੇ 22 ਮਾਰਚ ਨੂੰ ਵਰਲਡ ਵਾਟਰ ਡੇ ਵੀ ਹੁੰਦਾ ਗਾ, ਤਾਂ ਨਾਲ ਇਹ ਵੀ ਯਾਦ ਰੱਖ ਸਕਦੇ ਹੋ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ ਜੀ। ਦੀ ਗਵਰਨਰ ਆਫ ਵਿਚ ਸਟੇਟ ਸਟਾਰਟਡ ਦੀ ਵਨ ਸਕੂਲ ਵਨ IAS ਸਕੀਮ। ਦੇਖੋ ਜੀ, ਕਹਿੰਦੇ ਕਿਹੜੇ ਰਾਜ ਦੇ ਰਾਜਪਾਲ ਨੇ ਵਨ ਸਕੂਲ ਵਨ IAS ਨਾਂ ਦੀ ਇੱਕ ਯੋਜਨਾ ਨੂੰ ਸ਼ੁਰੂ ਕੀਤਾ ਗਾ। ਦੇਖੋ ਜੀ, ਇਹਨੂੰ ਹੁਣ ਸ਼ੁਰੂ ਕੀਤਾ ਗਿਆ ਕੇਰਲਾ ਦੇ ਵਿੱਚ, ਠੀਕ ਹੈ ਨਾ। ਕੇਰਲਾ ਰਾਜ ਵਿੱਚ ਇਸ ਯੋਜਨਾ ਨੂੰ ਸ਼ੁਰੂ ਕੀਤਾ ਗਿਆ ਵਨ ਸਕੂਲ ਵਨ IAS। ਇਹ ਯੋਜਨਾ ਦੀ ਗੱਲ ਕਰੀਏ ਤਾਂ ਕੇਰਲਾ ਦੀ ਇੱਕ ਸੰਸਥਾ ਗਈ ਵੈਦਿਕ ਐਰੋਡਾਈਟ ਨਾਂ ਦੀ ਸੰਸਥਾ ਦੇ ਵੱਲੋਂ ਸਕਾਲਰਸ਼ਿਪ ਪ੍ਰੋਗਰਾਮ ਦੇ ਤਹਿਤ ਇਸ ਯੋਜਨਾ ਨੂੰ ਚਲਾਇਆ ਗਿਆ ਗਾ। ਔਰ ਹੁਣ ਇਹ ਯੋਜਨਾ ਦਾ ਆਰੰਭ ਕੀਤਾ ਕੇਰਲਾ ਦੇ ਗਵਰਨਰ ਜਾਣੀ ਕਿ ਆਰਿਫ ਮੁਹੰਮਦ ਖਾਨ ਸਾਹਿਬ ਨੇ, ਠੀਕ ਹੈ ਨਾ। ਅਤੇ ਯੋਜਨਾ ਬਾਰੇ ਯਾਦ ਰੱਖਣਾ ਕੇਰਲਾ ਦੀ ਯੋਜਨਾ ਗੀ। ਔਰ ਇਹਦੇ ਵਿੱਚ ਕੀ ਹੋਏਗਾ, ਬੇਸਿਕਲੀ ਜਿੰਨੇ ਵੀ ਕੇਰਲਾ ਦੇ ਆਰਥਿਕ ਪੱਖੋਂ, ਠੀਕ ਹੈ ਨਾ, ਕਮਜ਼ੋਰ ਵਰਗ ਦੇ ਜਿਹੜੇ ਵੀ ਬੱਚੇ ਨੇਗੇ
ਉਹਨਾਂ ਵਿੱਚ 10,000 ਬੱਚਿਆਂ ਨੂੰ ਚੁਣਿਆ ਜਾਏਗਾ ਔਰ ਜਿਨ੍ਹਾਂ ਨੂੰ ਬਿਲਕੁਲ ਫ੍ਰੀ ਦੇ ਵਿੱਚ ਸਿਵਲ ਸਰਵਿਸ ਦੀ ਕੀ ਹੈ ਤਿਆਰੀ ਕਰਵਾਈ ਜਾਏਗੀ, ਠੀਕ ਹੈ ਨਾ, ਇਸ ਯੋਜਨਾ ਦੇ ਤਹਿਤ। ਅਤੇ ਯੋਜਨਾ ਬਾਰੇ ਯਾਦ ਰੱਖਣਾ, ਵਨ ਸਕੂਲ ਵਨ IAS ਨਾਂ ਦੀ ਯੋਜਨਾ ਕਿੱਥੋਂ ਦੀ ਯੋਜਨਾ ਹੈਗੀ ਆ, ਇਹ ਹੈਗੀ ਹੈ ਜੀ ਕੇਰਲਾ ਦੀ ਯੋਜਨਾ, ਠੀਕ ਹੈ ਨਾ। ਬਾਕੀ ਦੇਖੋ ਗੱਲ ਕੇਰਲਾ ਬਾਰੇ ਕਰ ਲੈਂਦੇ ਹਾਂ। ਕੇਰਲਾ ਬਾਰੇ ਯਾਦ ਰੱਖਣਾ, ਕੈਪੀਟਲ ਤਿਰੂਵਨੰਤਪੁਰਮ ਕੈਪੀਟਲ ਹੈ। ਗਵਰਨਰ ਦੀ ਗੱਲ ਕਰੀਏ ਆਰਿਫ ਮੁਹੰਮਦ ਖਾਨ ਹੁਣੀ ਦਸਤਖਤ ਹੈ ਔਰ CM ਹੈਗੇ ਨੇ ਪਿਨਾਰਾਈ ਵਿਜयन ਸਾਹਿਬ, ਠੀਕ ਹੈ ਨਾ, ਇਹ ਯਾਦ ਰੱਖਣਾ। ਦੇਖੋ ਅਗਰ ਆਪਾਂ ਕੇਰਲਾ ਦੀ ਗੱਲ ਕਰੀਏ, ਕੇਰਲਾ ਆਪਣੇ ਦੇਸ਼ ਦਾ ਪਹਿਲਾ ਰਾਜ ਬਣਿਆ ਹੁਣ ਜਿਹਨੇ ਪੂਰੇ ਤਰੀਕੇ ਨਾਲ ਡਿਜੀਟਲ ਹਾਈਟੈਕ ਕਲਾਸਰੂਮ ਪ੍ਰਦਾਨ ਕੀਤੇ ਰਹੇ ਨੇ ਕੇਰਲਾ ਦੇ ਸਕੂਲਾਂ ਦੇ ਵਿੱਚ, ਠੀਕ ਹੈ ਨਾ। ਔਰ ਸਬਜ਼ੀਆਂ ਦੇ ਲਈ MSP ਤੈਅ ਕਰਨ ਵਾਲਾ ਵੀ ਪਹਿਲਾ ਰਾਜ ਬਣਿਆ ਆਪਣੇ ਭਾਰਤ ਦਾ ਕੇਰਲਾ। ਕੇਰਲਾ ਨੇ ਇੱਕ ਯੋਜਨਾ ਚਲਾਈ ਸੀ ਪਰਿਵਰਤਨਮ ਨਾਂ ਦੀ ਯੋਜਨਾ, ਕੇਰਲਾ ਦੀ ਯੋਜਨਾ, ਇਹ ਯਾਦ ਰੱਖਣਾ, ਠੀਕ ਹੈ ਨਾ। ਔਰ ਕੇਰਲਾ ਵਿੱਚ ਵੈਸੇ ਆਪਣੇ ਦੇਸ਼ ਦਾ ਪਹਿਲਾ ਸੌਰ ਊਰਜਾ 'ਤੇ ਚੱਲਣ ਵਾਲੀ ਨਾ ਇੱਕ ਮਿੰਨੀ ਟ੍ਰੇਨ ਦਾ ਵੀ ਉਦਘਾਟਨ ਕੀਤਾ ਗਿਆ ਕੇਰਲਾ ਸਟੇਟ ਵਿੱਚ, ਠੀਕ ਹੈ ਨਾ, ਯਾਦ ਰੱਖਣਾ। ਔਰ ਕੇਰਲਾ ਰਾਜ ਨੇ ਹੀ ਰੀਸੈਂਟ ਵਿੱਚ ਸੋਲਰ ਇਲੈਕਟ੍ਰੀਕਲ RO ਸਰਵਿਸ ਨੂੰ ਵੀ ਸ਼ੁਰੂ ਕੀਤਾ ਸੀ, ਤਾਂ ਇਹ ਵੀ ਦੇਸ਼ ਦੀ ਪਹਿਲੀ ਯੋਜਨਾ ਸੀ ਜਿਹੜੀ ਕੇਰਲਾ ਨੇ ਸ਼ੁਰੂ ਕੀਤੀ ਹੈ, ਠੀਕ ਹੈ ਨਾ। ਔਰ ਬਰਡ ਫਲੂ ਦੇਖੋ ਜਿਹੜੀ ਆਪਣੀ ਚੱਲ ਰਹੀ ਹੈ ਬਿਮਾਰੀ, ਬਰਡ ਫਲੂ ਨੂੰ ਰਾਜ ਆਪਦਾ ਘੋਸ਼ਿਤ ਕਰਨ ਵਾਲਾ ਵੀ ਪਹਿਲਾ ਰਾਜ ਬਣਿਆ ਕੇਰਲਾ। ਅਤੇ ਇਹ ਸਾਰੀਆਂ ਯੋਜਨਾਵਾਂ ਕੇਰਲਾ ਦੀਆਂ ਯਾਦ ਰੱਖਣੀਆਂ, ਸਾਰੀਆਂ ਇੰਪੋਰਟੈਂਟ ਨੇ, ਠੀਕ ਹੈ ਜੀ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਬਾਈ ਵਟ ਨੇਮ ਹੈਜ਼ CRPF ਐਂਡ DRDO ਡਿਵੈਲਪਡ ਆ ਬਾਈਕ ਐਂਬੂਲੈਂਸ ਫॉर ਦੀ ਸਿਕਿਉਰਿਟੀ। ਦੇਖੋ ਜੀ ਕਹਿੰਦੇ CRPF ਅਤੇ DRDO ਨੇ ਸੁਰੱਖਿਆ ਦੇ ਲਈ ਇੱਕ ਬਾਈਕ ਐਂਬੂਲੈਂਸ ਨੂੰ ਕਿਸ ਨਾਮ ਦੇ ਨਾਲ ਵਿਕਸਿਤ ਕੀਤਾ ਗਾ। ਦੇਖੋ ਜੀ ਇੱਕ ਬਾਈਕ ਐਂਬੂਲੈਂਸ ਹੋਏਗੀ ਔਰ ਇਸ ਨੂੰ ਵਿਕਸਿਤ ਕੀਤਾ ਗਿਆ ਔਰ ਇਹਦਾ ਨਾਂ ਰੱਖਿਆ ਗਿਆ ਜੀ ਰਕਸ਼ਿਤਾ, ਇਹਦਾ ਨਾਂ ਰੱਖਿਆ ਗਿਆ ਔਰ ਇਸ ਨੂੰ ਵਿਕਸਿਤ ਕੀਤਾ CRPF ਅਤੇ DRDO ਨੇ ਮਿਲ ਕੇ। ਔਰ ਇਹਦਾ ਨਾਮ ਇੰਪੋਰਟੈਂਟ ਹੈਗਾ ਆਪਣੇ ਲਈ, ਰਕਸ਼ਿਤਾ ਇਸਦਾ ਨਾਮ ਹੈਗਾ ਗਾ, ਠੀਕ ਹੈ ਨਾ। ਸੋ ਆਪਸ਼ਨ ਨੰਬਰ B ਆਪਣਾ ਬਿਲਕੁਲ ਰਾਈਟ ਆਂਸਰ ਹੋ ਜਾਏਗਾ ਜੀ। ਔਰ ਦੇਖੋ ਅਗਰ ਆਪਾਂ ਰਕਸ਼ਿਤਾ ਦੀ ਗੱਲ ਕਰੀਏ ਕਾਹਦੇ ਵਾਸਤੇ ਆ, ਕਿਸੇ ਵੀ ਲੜਾਈ ਦੇ ਦੌਰਾਨ ਦੇਖੋ ਜਿਵੇਂ ਮੰਨ ਕੇ ਚਲੋ ਫੋਰ ਐਗਜ਼ਾਮਪਲ ਆਪਾਂ ਕਿਸੇ ਜੰਗਲ ਦੀ ਗੱਲ ਕਰੀਏ, ਮੰਨ ਕੇ ਚਲੋ ਆਪਣੀ ਇੰਡੀਅਨ ਆਰਮੀ ਦੀ ਜੰਗਲ ਦੇ ਵਿੱਚ ਕਿਸੇ ਨਾਲ ਲੜਾਈ ਹੁੰਦੀ ਹੈ ਜਾਂ ਕੋਈ ਅੱਤਵਾਦੀਆਂ ਦੇ ਨਾਲ, ਤਾਂ ਉੱਥੇ ਸੁਭਾਵਿਕ ਜਿਹੀ ਗੱਲ ਹੈ ਵੀ ਜੰਗਲ ਵਿੱਚ ਐਂਬੂਲੈਂਸ ਲਿਆਉਣੀ ਮੁਸ਼ਕਿਲ ਹੈ, ਪਰ ਉੱਥੇ ਬਾਈਕ ਲਿਆਉਣੀ ਤਾਂ ਸੰਭਵ ਹੈਗੀ ਹੈ ਨਾ। ਤਾਂ ਕੁਝ ਅਜਿਹੇ ਹਾਲਾਤਾਂ ਵਾਸਤੇ, ਠੀਕ ਹੈ, ਇੱਕ ਰਕਸ਼ਿਤਾ ਨਾਂ ਦੀ ਬਾਈਕ ਐਂਬੂਲੈਂਸ ਨੂੰ ਵਿਕਸਿਤ ਕੀਤਾ ਗਿਆ ਗਾ CRPF ਅਤੇ DRDO ਦੇ ਦੁਆਰਾ, ਠੀਕ ਹੈ ਨਾ। ਔਰ ਇਹਦਾ ਨਾਮ ਇੰਪੋਰਟੈਂਟ ਰਹੇਗਾ, ਧਿਆਨ ਵਿੱਚ ਰੱਖਣਾ। ਬਾਕੀ ਦੇਖੋ ਵਿਕਸਿਤ ਕੀਤਾ CRPF ਅਤੇ DRDO ਨੇ, ਦੋਨਾਂ ਬਾਰੇ ਹੀ ਇੰਪੋਰਟੈਂਟ ਹੈ ਜੀ। CRPF ਬਾਰੇ ਗੱਲ ਕਰੀਏ ਤਾਂ ਪੂਰਾ ਨਾਂ ਹੁੰਦਾ ਗਾ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਦਾ ਪੂਰਾ ਨਾਂ ਗਾ। ਔਰ ਅਗਰ ਆਪਾਂ CRPF ਦੀ ਗੱਲ ਕਰੀਏ ਤਾਂ ਡਾਇਰੈਕਟਰ ਜਨਰਲ AP ਮਹੇਸ਼ਵਰੀ ਦਾ ਨਾਮ ਯਾਦ ਰੱਖਣਾ, ਠੀਕ ਹੈ, ਇੰਪੋਰਟੈਂਟ ਉਹਦਾ ਨਾਮ। ਔਰ ਇਸੇ ਤਰੀਕੇ ਨਾਲ DRDO ਬਾਰੇ ਗੱਲ ਕਰੀਏ, DRDO ਦਾ ਪੂਰਾ ਨਾਂ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ, ਸਥਾਪਨਾ ਹੋਈ ਸੀ ਜੀ 1958 ਵਿੱਚ। ਔਰ ਇਹਦੇ ਜਿਹੜੇ ਚੇਅਰਮੈਨ ਨੇ G ਸਤੀਸ਼ ਰੈਡੀ ਸਾਹਿਬ ਹੈਗੇ ਨੇ। 2 ਸਾਲਾਂ ਵਾਸਤੇ ਇਹਨਾਂ ਦਾ ਜਿਹੜਾ ਕਾਰਜਕਾਲ ਵੀ ਵਧਾਇਆ ਗਿਆ, ਤਾਂ ਵੀ ਇਹਨਾਂ ਨਾਮ ਇੰਪੋਰਟੈਂਟ ਹੈ। ਦੇਖੋ ਆਪਣੇ ਪਿਛਲੀ ਕਲਾਸ ਵਿੱਚ ਹੀ ਪੜ੍ਹਿਆ ਸੀਗਾ, DRDO ਨੇ ਇੱਕ ਪਿਸਤੌਲ ਨੂੰ ਵਿਕਸਿਤ ਕੀਤਾ, ਡਿਵੈਲਪ ਕੀਤਾ ਆਰਮੀ ਵਾਸਤੇ, ਔਰ ਉਸ ਪਿਸਤਲ ਦਾ ਨਾਮ ਗਾ ASMI, ਠੀਕ ਹੈ, ਅਸਮੀ ਜਾਣੀ ਕਿ ASMI ਨਾਂ ਦੀ ਪਿਸਤੌਲ ਦਾ ਨਾਮ ਯਾਦ ਰੱਖਣਾ। ਬਾਕੀ DRDO ਨੇ ਹੀ ਰੀਸੈਂਟ ਵਿੱਚ ਇੱਕ ਬੁਖਾਰੀ ਨਾਂ ਦਾ ਹੀਟਰ ਵੀ ਤਿਆਰ ਕੀਤਾ ਗਿਆ ਸੀ ਆਪਣੀ ਆਰਮੀ ਲਈ। ਔਰ DRDO ਨੇ ਹੀ ਇੱਕ ਸਹਾਇਕ NG ਨਾਂ ਦਾ ਇੱਕ 에ਅਰ ਡ੍ਰੌਪਡ ਕੰਟੇਨਰ ਨੂੰ ਵੀ ਤਿਆਰ ਕੀਤਾ ਸੀਗਾ, ਠੀਕ ਹੈ ਨਾ, ਇਹ ਵੀ ਯਾਦ ਰੱਖਣਾ। ਬਾਕੀ DRDO ਨੇ ਹਿਮੰਤ ਕੁਮਾਰ ਨੂੰ ਸਾਇੰਟਿਸਟ ਆਫ ਦੀ ਈਅਰ ਦੇ ਨਾਲ ਵੀ ਨਿਵਾਜਿਆ ਸੀਗਾ, ਠੀਕ ਹੈ ਨਾ, ਸਨਮਾਨਿਤ ਕੀਤਾ ਸੀ। ਤਾਂ ਇਹ ਸਾਰੀਆਂ ਨਿਊਜ਼ DRDO ਨਾਲ ਰਿਲੇਟਡ ਯਾਦ ਰੱਖਣੀਆਂ, ਇਹ ਵੀ ਇੰਪੋਰਟੈਂਟ ਨੇ, ਠੀਕ ਹੈ ਜੀ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਕੰਟਰੀ ਹੈਜ਼ ਅਲਾਊਡ ਦੀ ਰਾਇਲ ਪੀਪਲ ਆਫ ਦੁਬਈ ਟੂ ਹੰਟ ਹੁਬਾਰਾ ਬਸਟਰਡ। ਦੇਖੋ ਜੀ ਕਹਿੰਦੇ ਕਿਸ ਦੇਸ਼ ਨੇ ਦੁਬਈ ਦੇ ਸ਼ਾਹੀ ਲੋਕਾਂ ਨੂੰ ਹੁਬਾਰਾ ਬਸਟਰਡ ਦਾ ਸ਼ਿਕਾਰ ਕਰਨ ਦੀ ਆਗਿਆ ਦੇ ਦਿੱਤੀ ਹੈਗੀ। ਦੇਖੋ ਜੀ ਇੰਪੋਰਟੈਂਟ ਕੁਐਸਚਨ ਰਹੇਗਾ ਆਪਣੇ ਲਈ। ਔਰ ਹੁਬਾਰਾ ਬਸਟਰਡ ਦਾ ਸ਼ਿਕਾਰ ਕਰਨ ਦੀ ਆਗਿਆ ਦਿੱਤੀ ਹੈਗੀ ਪਾਕਿਸਤਾਨ ਕੰਟਰੀ ਵੱਲੋਂ। ਦੇਖੋ ਜੀ ਹੁਬਾਰਾ ਬਸਟਰਡ ਦੀ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਪੰਛੀ ਹੈਗਾ ਔਰ ਜਿਹੜਾ ਕਿ ਜ਼ਿਆਦਾਤਰ ਸੈਂਟਰਲ ਏਸ਼ੀਆ ਵਿੱਚ ਪਾਇਆ ਜਾਂਦਾ ਜਾਂ ਫਿਰ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਪਾਇਆ ਜਾਂਦਾ ਜ਼ਿਆਦਾਤਰ, ਠੀਕ ਹੈ ਨਾ। ਔਰ ਇਹਦਾ ਹੁਣ ਸ਼ਿਕਾਰ ਕਰਨ ਦੀ ਆਗਿਆ ਦਿੱਤੀ ਹੈ, ਕਿਹਨੂੰ ਆਗਿਆ ਦਿੱਤੀ ਆ? ਦੁਬਈ ਦਾ ਜਿਹੜਾ ਸ਼ਾਸਕ ਆ ਕੌਣ ਹੈਗਾ? ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਉਹਦਾ ਨਾਮ ਹੈਗਾ। ਔਰ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖਤੂਮ ਅਤੇ ਉਹਦੇ ਸ਼ਾਹੀ ਪਰਿਵਾਰ ਦੇ 6 ਹੋਰ ਮੈਂਬਰਾਂ ਨੂੰ ਸਪੈਸ਼ਲ ਪਰਮਿਟ ਜਾਰੀ ਕੀਤਾ ਪਾਕਿਸਤਾਨ ਨੇ ਕਿ ਉਹ ਹੁਬਾਰਾ ਬਸਟਰਡ ਦਾ ਕੀ ਸ਼ਿਕਾਰ ਕਰ ਸਕਦੇ ਨੇ। ਅਤੇ ਕੁਐਸਚਨ ਬਾਰੇ ਯਾਦ ਰੱਖਣਾ ਜੀ, ਠੀਕ ਹੈ ਨਾ। ਬਾਕੀ ਪਾਕਿਸਤਾਨ ਬਾਰੇ ਗੱਲ ਕਰੀਏ, ਕੈਪੀਟਲ ਤਾਂ ਦੇਖੋ ਜੀ ਇਸਲਾਮਾਬਾਦ ਹੈ। ਇੱਥੋਂ ਦੇ PM ਹੈਗੇ ਨੇ ਇਮਰਾਨ ਖਾਨ ਸਾਹਿਬ ਔਰ ਇੱਥੋਂ ਦੇ ਪ੍ਰੈਜ਼ੀਡੈਂਟ ਹੈਗੇ ਨੇਗੇ ਆਰਿਫ ਅਲਵੀ ਸਾਹਿਬ, ਠੀਕ ਹੈ ਨਾ। ਦੇਖੋ ਪਾਕਿਸਤਾਨ ਵਿੱਚ ਆਪਣੇ ਭਾਰਤੀ ਅੰਬੈਸਡਰ ਬਣੇ ਸੀ, ਇੰਡੀਅਨ ਅੰਬੈਸਡਰ ਬਣੇ ਸੀ ਔਰ ਉਹਨਾਂ ਦਾ ਨਾਂ ਸੀ ਸੁਰੇਸ਼ ਕੁਮਾਰ। ਤਾਂ ਸੁਰੇਸ਼ ਕੁਮਾਰ ਦਾ ਨਾਮ ਵੀ ਇੰਪੋਰਟੈਂਟ ਆਪਣੇ ਲਈ। ਸੋ ਗੱਲ ਕਰਦੇ ਹਾਂ ਜੀ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਬੀਨ ਇਲੈਕਟਡ ਦੀ ਪ੍ਰੈਜ਼ੀਡੈਂਟ ਆਫ ਦੀ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਊਂਸਲ ਆਫ 2021।
देखो जी कहने कौन 2021 ਲਈ संयुक्त राष्ट्र ਦੀ ਮਨੁੱਖੀ ਅਧਿਕਾਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ ਗਾ। ਦੇਖੋ ਜੀ ਹੁਣ 2021 ਦੇ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਦਾ ਯਾਨੀ ਕਿ ਹਿਊਮਨ ਰਾਈਟ ਕੌਂਸਲ ਦਾ ਜਿਹੜਾ ਪ੍ਰਧਾਨ ਚੁਣਿਆ ਗਿਆ ਗਾ, ਉਹਨਾਂ ਨਾਂ ਜੀ ਨਜਹਤ ਸ਼ਮੀਮ ਖਾਨ ਇਹਨਾਂ ਦਾ ਨਾਮ। ਆਪਸ਼ਨ ਨੰਬਰ ਸੀ ਬਿਲਕੁਲ ਰਾਈਟ ਆਨਸਰ ਹੈ। ਨਜਹਤ ਸ਼ਮੀਮ ਖਾਨ ਦੀ ਮੈਂ ਗੱਲ ਕਰਾਂ ਤਾਂ ਇਹ ਫਿਜੀ ਕੰਟਰੀ ਤੋਂ ਹੈਗੇ ਨੇਗੇ, ਠੀਕ ਹੈ ਨਾ। ਵੈਸੇ ਅਗਰ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਫਿਜੀ ਕੰਟਰੀ ਦੇ ਵੱਲੋਂ ਯੂਨਾਈਟਿਡ ਨੇਸ਼ਨ ਦੇ ਵਿੱਚ ਪ੍ਰਤੀਨਿਧ ਕਰਦੇ ਨੇਗੇ ਆਪਣੀ ਕੰਟਰੀ ਦਾ ਇਹ, ਔਰ ਇਹ ਹੁਣ UN ਦੀ ਹਿਊਮਨ ਰਾਈਟ ਕੌਂਸਲ 2021 ਦਾ ਕੀ ਆ ਇਹਨਾਂ ਨੂੰ ਪ੍ਰਧਾਨ ਚੁਣ ਲਿਆ ਗਿਆ। ਸੋ ਇਹਨਾਂ ਦਾ ਨਾਮ ਇੰਪੋਰਟੈਂਟ ਰਹੇਗਾ ਆਪਣੇ ਲਈ। ਬਾਕੀ ਫਿਜੀ ਦੀ ਗੱਲ ਕਰੀਏ, ਦੇਖੋ ਫਿਜੀ ਕੰਟਰੀ ਦੀ ਤਾਂ ਇੱਥੋਂ ਦੀ ਕੈਪੀਟਲ ਹੈਗੀ ਆ ਸੂਬਾ, ਠੀਕ ਹੈ ਨਾ। ਸੂਬਾ ਇੱਥੋਂ ਦੀ ਕੈਪੀਟਲ ਹੈ ਔਰ ਫਿਜੀ ਦੀ ਕਰੰਸੀ ਹੈਗੀ ਹੈ ਡਾਲਰ, ਠੀਕ ਹੈ। ਇਹਦੇ ਬਾਰੇ ਯਾਦ ਰੱਖ ਸਕਦੇ ਹੋ। ਬਾਕੀ TS ਤ੍ਰਿਮੂਰਤੀ ਆਪਸ਼ਨ ਨੰਬਰ A ਵਿੱਚ ਇਹਨਾਂ ਬਾਰੇ ਯਾਦ ਰੱਖਣਾ। ਯੂਨਾਈਟਿਡ ਨੇਸ਼ਨ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧੀ ਵਜੋਂ ਚੁਣਿਆ ਗਿਆ ਸੀ ਇਹਨਾਂ ਨੂੰ, TS ਤ੍ਰਿਮੂਰਤੀ ਨੂੰ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਵੀ ਇੰਪੋਰਟੈਂਟ ਆਪਣੇ ਲਈ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਹੂ ਹੈਜ਼ ਬਿਕਮ ਦੀ 6th ਟਾਈਮ ਪ੍ਰੈਜ਼ੀਡੈਂਟ ਆਫ ਯੁਗਾਂਡਾ। ਦੇਖੋ ਜੀ ਕਹਿੰਦੇ ਕੌਣ ਯੁਗਾਂਡਾ ਦੇ 6ਵੇਂ ਵਾਰ ਰਾਸ਼ਟਰਪਤੀ ਬਣੇ ਨੇਗੇ। ਦੇਖੋ ਜੀ ਹੁਣ ਯੁਗਾਂਡਾ ਦੇ ਜਿਹੜੇ 6ਵੇਂ ਵਾਰ ਰਾਸ਼ਟਰਪਤੀ ਬਣੇ ਨੇ ਜਾਵੇਰੀ ਮੂਸੇਵੇਨੀ ਇਹਨਾਂ ਦਾ ਨਾਮ। ਆਪਸ਼ਨ ਨੰਬਰ A ਬਿਲਕੁਲ ਰਾਈਟ ਆਨਸਰ ਹੋ ਜਾਏਗਾ ਆਪਣਾ। ਸੋ ਇਹਨਾਂ ਦਾ ਨਾਮ ਇੰਪੋਰਟੈਂਟ ਰਹੇਗਾ ਕਿਉਂਕਿ 6ਵੀਂ ਵਾਰ ਰਾਸ਼ਟਰਪਤੀ ਬਣੇ ਨੇ। ਬਾਕੀ ਗੱਲ ਯੁਗਾਂਡਾ ਦੀ ਕਰੀਏ, ਦੇਖੋ ਇੱਕ ਅਫਰੀਕਾ ਮਹਾਦੀਪ ਦੇ ਵਿੱਚ ਇਹ ਕੰਟਰੀ ਹੈਗਾ ਗਾ ਯੁਗਾਂਡਾ, ਔਰ ਇੱਥੋਂ ਦੀ ਕੈਪੀਟਲ ਯਾਦ ਰੱਖ ਸਕਦੇ ਹੋ ਕੰਪਾਲਾ, ਇੱਥੋਂ ਦੀ ਕੈਪੀਟਲ ਹੈ। ਕਰੰਸੀ ਇੱਥੇ ਚੱਲਦੀ ਹੈ ਸ਼ੀਲਿੰਗ, ਠੀਕ ਹੈ ਨਾ, ਯਾਦ ਰੱਖਣਾ। ਬਾਕੀ ਅਦਰ ਆਪਸ਼ਨ ਵੀ ਆਪਣੇ ਲਈ ਇੰਪੋਰਟੈਂਟ ਨੇ ਕਿਉਂਕਿ ਇਹ ਵੀ ਲੇਟੈਸਟ ਨੇਗੇ। ਆਪਸ਼ਨ ਨੰਬਰ D ਬਾਰੇ ਗੱਲ ਕਰੀਏ, ਅਲੈਗਜ਼ੈਂਡਰ ਲੁਕਾਸ਼ੈਂਕੋ, ਇਹਨਾਂ ਬਾਰੇ ਯਾਦ ਰੱਖਣਾ ਬੇਲਾਰੂਸ ਕੰਟਰੀ ਦੇ ਪ੍ਰੈਜ਼ੀਡੈਂਟ ਬਣੇ ਸੀ ਇਹ। ਔਰ ਲੂਇਸ ਐਰਸੀ ਬਾਰੇ ਗੱਲ ਕਰੀਏ ਤਾਂ ਬੁਲੇਵੀਆ ਕੰਟਰੀ ਦੇ ਪ੍ਰੈਜ਼ੀਡੈਂਟ ਬਣੇ ਸੀ। ਔਰ ਬੈਬਲ ਰਾਮ ਕਲਾਵਨ ਦੀ ਗੱਲ ਕਰੀਏ ਤਾਂ ਇਹਨਾਂ ਬਾਰੇ ਇਹ ਯਾਦ ਰੱਖਣਾ ਸੈਂਚੀਲਸ ਦੇ ਰਾਸ਼ਟਰਪਤੀ ਇਹ ਬਣੇ ਸੀਗੇ, ਠੀਕ ਹੈ ਨਾ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਹੂ ਵਾਜ਼ ਅਪਾਇੰਟਡ ਐਜ਼ ਦੀ ਮਿਡਲ ਐਂਡ ਲੌਂਗ ਡਿਸਟੈਂਸ ਕੋਚ ਆਫ ਇੰਡੀਅਨ ਐਥਲੈਟਿਕਸ ਟੀਮ। ਦੇਖੋ ਜੀ ਕਹਿੰਦੇ ਕਿਸ ਨੂੰ ਭਾਰਤੀ ਐਥਲੈਟਿਕਸ ਟੀਮ ਦਾ ਮੱਧ ਅਤੇ ਲੰਮੀ ਦੂਰੀ ਦਾ ਕੋਚ ਨਿਯੁਕਤ ਕੀਤਾ ਗਿਆ ਸੀਗਾ। ਦੇਖੋ ਜੀ ਇਹਨਾਂ ਦਾ ਨਾਮ ਇੰਪੋਰਟੈਂਟ ਰਹੇਗਾ ਔਰ ਇਹਨਾਂ ਦਾ ਨਾਮ ਆਪਸ਼ਨ ਨੰਬਰ B ਬਿਲਕੁਲ ਰਾਈਟ ਆਨਸਰ ਹੈ ਜੀ। ਨਿਕੋਲਾਏ ਸੈਂਸਰੇਵ ਇਹਨਾਂ ਦਾ ਨਾਮ ਹੈਗਾ ਜੀ। ਸੋ ਅਗਰ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਹੁਣ ਇਹਨਾਂ ਨੂੰ ਆਪਣੇ ਭਾਰਤੀ ਐਥਲੈਟਿਕ ਟੀਮ ਦੇ ਮੱਧ ਅਤੇ ਲੰਮੀ ਦੂਰੀ ਦੇ ਕੋਚ ਨਿਯੁਕਤ ਕੀਤਾ ਗਿਆ। ਵੈਸੇ ਬੇਲਾਰੂਸ ਕੰਟਰੀ ਤੋਂ ਬਿਲੋਂਗ ਕਰਦੇ ਨੇ, ਠੀਕ ਹੈ, ਯਾਦ ਰੱਖਣਾ। ਬਾਕੀ ਗ੍ਰੈਗ ਬਾਰਕਲੇ ਆਪਸ਼ਨ ਨੰਬਰ A ਬਹੁਤ ਇੰਪੋਰਟੈਂਟ ਨਾਮ ਹੈ ਜੀ। ਨਿਊਜ਼ੀਲੈਂਡ ਕੰਟਰੀ ਤੋਂ ਵਿਅਕਤੀ ਹੈਗੇ ਨੇ ਗ੍ਰੈਗ ਬਾਰਕਲੇ, ਔਰ ਹਾਲ ਹੀ ਦੇ ਵਿੱਚ ICC ਦੇ ਨਵੇਂ ਪ੍ਰੈਜ਼ੀਡੈਂਟ ਬਣੇ ਸੀ ਇਹ। ਔਰ ਇਸੇ ਤਰੀਕੇ ਨਾਲ ਐਡਲੇ ਸਮੀਰਵਾਲਾ ਆਪਸ਼ਨ ਨੰਬਰ C। ਅਗਰ ਆਪਾਂ ਇਹਨਾਂ ਦੀ ਗੱਲ ਕਰੀਏ ਤਾਂ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਦੇ ਹੈੱਡ ਵਜੋਂ ਚੁਣਿਆ ਗਿਆ ਸੀ ਇਹਨਾਂ ਨੂੰ। ਔਰ PD ਬਘੇਲ ਆਪਸ਼ਨ ਨੰਬਰ D, ਇਹਨਾਂ ਨਾਲ ਵੀ ਇੰਪੋਰਟੈਂਟ ਹੈ। PD ਬਘੇਲ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਟਰਾਈ ਦੇ ਹੈੱਡ ਵਜੋਂ ਚੁਣਿਆ ਗਿਆ ਸੀ। ਦੇਖੋ TRAI ਯਾਨੀ ਕਿ ਅਗਰ ਆਪਾਂ ਟਰਾਈ ਦੀ ਗੱਲ ਕਰੀਏ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ, ਠੀਕ ਹੈ ਨਾ, ਇਹਦੇ ਪ੍ਰੈਜ਼ੀਡੈਂਟ ਇਹ ਬਣੇ ਸੀਗੇ। ਤਾਂ ਇਹਨਾਂ ਨਾਲ ਵੀ ਇੰਪੋਰਟੈਂਟ ਹੈ। ਸੋ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਬਾਰੇ। ਵਿਚ ਸਟੇਟ ਗਵਰਨਮੈਂਟ ਹੈਜ਼ ਅਨਾਊਂਸਡ ਦੀ ਐਸਟੈਬਲਿਸ਼ਮੈਂਟ ਆਫ ਆ ਫਿਲਮ ਸਿਟੀ। ਦੇਖੋ ਜੀ ਕਹਿੰਦੇ ਕਿਹੜੇ ਰਾਜ ਸਰਕਾਰ ਨੇ ਫਿਲਮ ਸਿਟੀ ਸਥਾਪਿਤ ਕਰਨ ਦਾ ਐਲਾਨ ਕੀਤਾ ਗਾ। ਦੇਖੋ ਜੀ ਅਗਰ ਆਪਾਂ ਫਿਲਮ ਸਿਟੀ ਦੀ ਗੱਲ ਕਰੀਏ ਨਾ, ਦੇਖੋ ਪਹਿਲਾਂ ਤਾਂ ਐਲਾਨ ਕੀਤਾ ਸੀ ਯੂਪੀ ਵੱਲੋਂ ਤਾਂ ਇਹੀ ਕਿਹਾ ਗਿਆ ਸੀ ਵੀ ਅਸੀਂ ਆਪਣੇ ਭਾਰਤ ਦੀ ਸਭ ਤੋਂ ਵੱਡੀ ਫਿਲਮ ਸਿਟੀ ਬਣਾਵਾਂਗੇ। ਔਰ ਹੁਣ ਇਹ ਐਲਾਨ ਕੀਤਾ ਜੀ ਹਰਿਆਣਾ ਦੇ ਵੱਲੋਂ, ਠੀਕ ਹੈ ਨਾ। ਹਰਿਆਣਾ ਦੇ ਵੱਲੋਂ ਹੁਣ ਕਿਹਾ ਗਿਆ ਗਾ ਵੀ ਅਸੀਂ 100 ਏਕੜ ਜ਼ਮੀਨ ਦੇ ਵਿੱਚ ਹਰਿਆਣਾ ਦੇ ਵਿੱਚ ਇੱਕ ਫਿਲਮ ਸਿਟੀ ਬਣਾਉਣ ਜਾ ਰਹੇ ਹਾਂਗੇ, ਠੀਕ ਹੈ ਨਾ। ਯਾਦ ਰੱਖਣਾ ਹਰਿਆਣਾ ਸਰਕਾਰ ਨੇ ਇਹ ਜਿਹੜਾ ਐਲਾਨ ਕੀਤਾ ਗਾ। ਗੱਲ ਹਰਿਆਣਾ ਦੀ ਕਰੀਏ, ਕੈਪੀਟਲ ਦੇਖੋ ਚੰਡੀਗੜ੍ਹ, ਔਰ ਇੱਥੋਂ ਦੇ CM ਹੈਗੇ ਨੇ ਮਨੋਹਰ ਲਾਲ ਖੱਟਰ। ਔਰ ਗਵਰਨਰ ਦੀ ਗੱਲ ਕਰੀਏ ਸਤਿਆਦੇਵ ਨਾਰਾਇਣ ਆਰਿਆ ਸਾਹਿਬ ਗਵਰਨਰ ਨੇਗੇ, ਠੀਕ ਹੈ ਨਾ। ਔਰ ਹਰਿਆਣੇ ਬਾਰੇ ਗੱਲ ਕਰੀਏ, ਦੇਖੋ ਆਪਾਂ ਨੇ ਰੀਸੈਂਟ ਵਿੱਚ ਹੀ ਪੜ੍ਹਿਆ ਸੀਗਾ ਹਰਿਆਣੇ ਨੇ ਆਪਣੇ ਦੇਸ਼ ਦੀ ਪਹਿਲੀ ਏਅਰ ਟੈਕਸੀ ਸਰਵਿਸ ਨੂੰ ਸ਼ੁਰੂ ਕੀਤਾ ਗਾ। ਔਰ ਇਹ ਏਅਰ ਟੈਕਸੀ ਸਰਵਿਸ ਪਹਿਲਾਂ ਹਿਸਾਰ ਤੋਂ ਚੰਡੀਗੜ੍ਹ ਤੱਕ ਕੀ ਚਲਾਈ ਗਈ ਸੀਗੀ। ਔਰ ਹਰਿਆਣਾ ਰਿਲੇਟਡ ਦੇਖੋ ਇੱਕ ਨਾਮ ਯਾਦ ਰੱਖਣਾ ਚੰਦਰਾਵਤੀ ਦੇਵੀ ਦਾ। ਚੰਦਰਾਵਤੀ ਦੇਵੀ ਕੌਣ ਸੀਗੀ? ਇਹਨਾਂ ਦੀ ਹਾਲ ਹੀ ਦੇ ਵਿੱਚ ਕੀ ਡੈਥ ਹੋਈ ਹੈ। ਹਰਿਆਣੇ ਦੀ ਪਹਿਲੀ ਮਹਿਲਾ ਸੰਸਦ ਹੈਗੀ ਸੀ ਇਹ। ਔਰ ਇੱਕ ਪ੍ਰੋਜੈਕਟ ਸੀਗਾ ਪ੍ਰੋਜੈਕਟ ਏਅਰ ਕੇਅਰ, ਹਵਾ ਦੇ ਵਿੱਚ ਸੁਧਾਰ ਕਰਨ ਲਈ ਸੀਗਾ ਹਰਿਆਣੇ ਦੇ ਦੁਆਰਾ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਪ੍ਰੋਜੈਕਟ ਨੂੰ। ਔਰ ਦੇਖੋ ਇੱਕ ਇੰਡੈਕਸ ਜਾਰੀ ਹੋਇਆ ਸੀ 2020 ਦਾ ਅਨੀਮੀਆ ਮੁਕਤ ਭਾਰਤ ਦਾ ਇੰਡੈਕਸ, ਠੀਕ ਹੈ ਨਾ। ਇਸ ਦੇ ਵਿੱਚ ਟੌਪ 'ਤੇ ਰਿਹਾ ਸੀ ਹਰਿਆਣਾ ਸਾਰੇ ਸਟੇਟਾਂ ਵਿੱਚੋਂ। ਬਾਕੀ ਹਰਿਆਣਾ ਬਾਰੇ ਗੱਲ ਕਰੀਏ ਤਾਂ ਹਰਿਆਣਾ ਨਾਲ ਯਾਦ ਰੱਖਣਾ ਜੀ ਗ੍ਰਾਮ ਦਰਸ਼ਨ ਪੋਰਟਲ ਹਰਿਆਣਾ ਸਰਕਾਰ ਨੇ ਲਾਂਚ ਕੀਤਾ ਸੀਗਾ। ਔਰ ਹਰਿਆਣਾ ਨੇ ਹੀ ਇੱਕ ਨਾ ਐਜੂਕੇਸ਼ਨਲ ਚੈਟ ਬਾਕਸ ਨੂੰ ਲਾਂਚ ਕੀਤਾ ਸੀ ਔਰ ਜਿਹਦਾ ਨਾਂ ਸੀ ਆਪਕਾ ਮਿੱਤਰ। ਜਿੰਨੇ ਵੀ ਹਰਿਆਣਾ ਦੇ ਸਟੂਡੈਂਟਾਂ ਨੂੰ ਕਿਸੇ ਵੀ ਚੀਜ਼ ਨਾਲ ਰਿਲੇਟਡ ਕੋਈ ਵੀ ਸਮੱਸਿਆ ਆਉਂਦੀ ਸੀ ਤਾਂ ਇਹ ਚੈਟਬੋਟ ਜਿਹੜਾ ਕਿ ਆਪਕਾ ਮਿੱਤਰ ਦਾ ਨਾਂ ਦੇ ਜ਼ਰੀਏ ਆਪਣੀ ਕੀ ਸਮੱਸਿਆ ਨੂੰ ਪੁੱਛ ਕੇ ਦੂਰ ਕਰ ਸਕਦਾ ਸੀਗਾ। ਬਾਕੀ ਹਰਿਆਣਾ ਨੇ ਮਹਿਲਾਵਾਂ ਵਾਸਤੇ ਮਹਿਲਾਵਾ ਵੈ ਕਿਸ਼ੋਰੀ ਯੋਜਨਾ ਨੂੰ ਸ਼ੁਰੂ ਕੀਤਾ ਸੀਗਾ। ਔਰ ਹਰਿਆਣਾ ਨੇ ਹੀ ਮੁੱਖ ਮੰਤਰੀ ਦੂਧ ਉਪਹਾਰ ਯੋਜਨਾ ਨੂੰ ਲਾਂਚ ਕੀਤਾ ਸੀ, ਆਪਾਂ ਨੇ ਪੜ੍ਹਿਆ ਸੀਗਾ।
बाकी हरियाणे नाल रिलेटेड याद रख सकते हो जी। हरियाणे ने एक पहचान पत्र योजना भी शुरू किया सीगा, ठीक है ना, ये योजना याद रखनी। बाकी हरियाणे दे विच सब तो इंपोर्टेंट फैक्ट, खेलो इंडिया यूथ गेम का हुण चौथा एडिशन हरियाणे के पंचकूले में होने जा रहा है, ठीक है ना, तो ये बारे भी याद रखना, ठीक है जी। तो सारिया न्यूज़ हरियाणे दियाँ ने, सारिया इंपोर्टेंट ने, तो सारिया बारे याद रखना, ठीक है। सो इस तो बाद हुण जी नैक्सट आपां गल करते हैं तुहाडे लई जिहड़ा प्रश्न होएगा अज दी क्लास का, तो इहदा राइट आंसर कमेंट बॉक्स में जरूर दसना। सो आई होप गाइस तुहानूं क्लास वधिया लगी होएगी जी, और क्लास नूं वधिया लगी तो इहनूं लाइक एंड शेयर जरूर कर देना। तो तुहाडे लई क्वेश्चन है जी, हू हैज़ बीन अवार्डिड दी नैल्सन मंडेला वर्ल्ड ह्यूमैनिटेरियन अवार्ड। देखो जी, कहने किस नूं नैल्सन मंडेला विश्व मनुखतावादी पुरस्कार दिता गया हुण, तो इहदा राइट आंसर तुसीं कमेंट बॉक्स में जरूर दसना। सो दोस्तों ये सी अपनी अज की क्लास, जिहदे विच कि आपां ने 19 ते 20 जनवरी दियां सारियां इंपोर्टेंट करंट अफेयर कवर कीतियां ने। सो क्लास नूं लाइक एंड शेयर जरूर कर देना। सो ओके जी, धन्नवाद, टेक केयर।